ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਤਸੰਗਤ ਜੀ। 20 ਤਰੀਕ ਆ ਰਹੀ ਹੈ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਮੌਸਮ ਤਬਦੀਲ ਹੋ ਰਿਹਾ, ਇਸ ਕਰਕੇ ਇਹ ਜੋ ਸਮਾਗਮ ਇਸ ਵਾਰੀ ਰਾਤ ਦੀ ਜਗ੍ਹਾ 'ਤੇ ਦੁਪਹਿਰੀ 12 ਤੋਂ 2:30 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਪਿਆਰਿਓ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ, ਸਾਰੇ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਧੰਨ ਭਾਈ ਬਿਧੀ ਚੰਦ ਜੀ ਇਸ ਅਸਥਾਨ 'ਤੇ ਉਹਨਾਂ ਨੇ ਚਰਨ ਪਾਏ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਜਿਸ ਅਸਥਾਨ ਦੇ ਉੱਤੇ ਬਾਬਾ ਅਟਲ ਰਾਏ ਸਾਹਿਬ ਜੀ ਬਚਪਨ ਦੇ ਵਿੱਚ ਖੇਡਦੇ ਰਹੇ ਨੇ। ਬੜਾ ਵੱਡਾ ਅਸਥਾਨ ਹੈ ਔਰ ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਜਿਹੜਾ ਸਰੋਵਰ ਬਣਿਆ ਉਹ ਕੌਲਸਰ ਸਾਹਿਬ ਦਾ ਹੀ ਸਰੋਵਰ ਹੈ। ਇੱਕ ਪਾਸੇ ਬੀਬੀ ਕੌਲਾਂ ਜੀ ਦਾ ਗੁਰਦੁਆਰਾ ਔਰ ਦੂਜੇ ਪਾਸੇ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਹੈ। ਦਰਬਾਰ ਸਾਹਿਬ ਤੋਂ ਪੈਦਲ 2 ਜਾਂ 3 ਮਿੰਟ ਦਾ ਰਾਹ ਹੈ। ਮੇਰੀ ਬੇਨਤੀ ਹੈ ਸਾਰੇ ਪਰਿਵਾਰਕ ਮੈਂਬਰ ਸਾਰੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਤਿਆਗ ਕੇ 10-10, 20-20 ਨੂੰ ਨਾਲ ਲੈ ਕੇ 20 ਤਰੀਕ ਨੂੰ 11:30 ਵਜੇ ਤੱਕ ਲਾਸਟ ਪਹੁੰਚਣ ਦੀ ਕਿਰਪਾਲਤਾ ਕਰਿਓ। ਜੇ ਕਿਤੇ ਸਰੀਰ ਨੂੰ ਠੰਡ ਮਹਿਸੂਸ ਹੋਵੇ, ਆਲਸ ਆਉਣ ਲੱਗੇ, ਤੇ ਪਿਆਰਿਓ ਉਸ ਸਮੇਂ ਧੰਨ ਮਾਤਾ ਗੁਜਰ ਕੌਰ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਲਾਲਾਂ ਨੂੰ ਯਾਦ ਕਰ ਲੈਣਾ, ਫਿਰ ਇਹ ਠੰਡ ਤੁਹਾਨੂੰ ਮਹਿਸੂਸ ਹੋਏਗੀ ਨਹੀਂ। ਇਸ ਕਰਕੇ ਮੇਰੀ ਬੇਨਤੀ ਹੈ, ਕਿਸੇ ਨੇ ਵੀ ਆਲਸ ਨਹੀਂ ਕਰਨਾ, ਕਿਸੇ ਨੇ ਵੀ ਢਿੱਲ ਨਹੀਂ ਪਾਉਣੀ। ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ, ਆਪਣੀਆਂ ਝੋਲੀਆਂ ਭਰਵਾਉਣ ਵਾਸਤੇ, ਜੋ ਪਿਤਾ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰਦੇ ਨੇ ਉਹ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ 20 ਤਰੀਕ ਨੂੰ ਸਵੇਰੇ ਲਾਸਟ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਔਰ ਸਾਡਾ ਜਿਹੜਾ ਫੇਸਬੁੱਕ ਪੇਜ ਹੈ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਤਸੰਗਤ ਜੀ। ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ, ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ, ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28
ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ, ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦਿਆਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬੇ ਨੂੰ ਪਰ ਕੋਈ ਨਹੀਂ ਜਿੱਤ ਸਕਿਆ, ਕੋਈ ਜਿੱਤ ਨਹੀਂ ਸਕਿਆ ਜੀ ਕੋਈ ਜਿੱਤ ਨਹੀਂ ਸਕਿਆ ਜੀ, ਬਾਬੇ ਨਾਨਕ ਨੂੰ ਕੋਈ ਜਿੱਤ ਨਹੀਂ ਸਕਿਆ ਜੀ, ਬਾਬੇ ਨਾਨਕ ਨੂੰ ਕੋਈ ਜਿੱਤ ਨਹੀਂ। ਵਾਹ, ਗੱਜ ਕੇ ਫਿਰ ਬੋਲੋ। ਸਿੱਧ ਬੋਲਣ ਸੁਣ ਨਾਨਕਾ, ਤੋਹੇ ਜਗ ਨੋ ਕਿਆ ਕਰਾਮਾਤ ਦਿਖਾਈ। ਕਿਹੜੀ ਕਰਾਮਾਤ ਦਿਖਾਈ ਤੂੰ ਬਾਬਾ? ਕੁਝ ਵਿਖਾਲੇ ਆਸਾਨੋ, ਤੋਹੇ ਕਿਉਂ ਢਿੱਲ ਅਵੇਂ ਹੀ ਲਾਈ। ਬਾਬਾ ਬੋਲੇ ਨਾਥ ਜੀ, ਅਸਾਂ ਤੇ ਵੇਖਣ ਜੋਗੀ ਵਸਤ ਨਕਾਈ। ਬਾਬਾ ਕਹਿੰਦਾ ਮੇਰੇ ਕੋਲ ਪਤਾ ਕੀ ਹੈ, ਮੇਰੇ ਕੋਲ ਹੋਰ ਕੁਝ ਨਹੀਂ। ਬਾਬਾ ਪਤਾ ਕੀ ਕਹਿੰਦਾ, ਮੇਰੇ ਕੋਲ ਕੀ ਹੈ? ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਕਹਿੰਦੇ ਮੇਰੇ ਕੋਲ ਪਹਿਲੀ ਕਿਰਪਾ ਹੈ ਆ ਗੁਰੂ ਦੀ ਸੰਗਤ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਮੇਰੀ ਬੇਨਤੀ, ਜੋ ਮਰਜ਼ੀ ਹੋ ਜਾਏ, ਕਦੀ ਵੀ ਇਹ ਸਤ ਸੰਗਤ ਦੀਆਂ ਘੜੀਆਂ ਛੱਡਿਆ ਨਾ ਕਰੋ। ਜਦੋਂ ਵੀ ਕੋਈ ਸੁਣਿਆ ਮਿਲੇ ਨਾ, ਚੁਪਹਿਰਿਆਂ ਤੇ ਪਹੁੰਚਣਾ, ਰਹਿਣ ਸਵਾਈਆਂ ਤੇ, ਅੰਮ੍ਰਿਤ ਵੇਲਿਆਂ ਤੇ ਜਾਂ ਕੀਰਤਨ ਸਮਾਗਮ ਤੇ ਪਹੁੰਚਿਆ ਕਰੋ। ਸਾਰੇ ਕੰਮ ਪਿੱਛੇ ਕਰ ਦਿਆ ਕਰੋ, ਪਰ ਆਹ ਕੰਮ ਨੂੰ ਚਾਅ ਨਾਲ ਕਰੋ, ਚਾਅ ਨਾਲ। ਤੇ ਏਡੀ ਵਿਲ ਪਾਵਰ ਅੰਦਰ ਰੱਖੋ। ਇਹ ਉਹੋ ਹੀ ਕੰਮ ਹੈ, ਇਹ ਉਹੋ ਹੀ ਘੜੀਆਂ ਨੇ ਜਿੰਨਾ ਘੜੀਆਂ ਦਾ ਸਦਕਾ ਬਾਬੇ ਨਾਨਕ ਨੇ ਮੇਰੀ ਝੋਲੀ ਵਿੱਚ ਬਰਕਤਾਂ ਦੀਆਂ ਮੁੱਠਾਂ ਖੋਲਣੀਆਂ ਨੇ। ਸਤਿ ਸ੍ਰੀ ਅਕਾਲ। ਏਡੀ ਵਿਲ ਪਾਵਰ ਰੱਖਿਆ ਕਰੋ। ਇਹ ਉਹੋ ਹੀ ਘੜੀਆਂ ਨੇ, ਉਹ ਜਿੰਨਾ ਘੜੀਆਂ ਦਾ ਸਦਕਾ ਉਹ ਗੁਰੂ ਨੇ ਮੇਰੇ ਬੱਚਿਆਂ ਦੇ ਸਿਰ ਤੇ, ਮੇਰੇ ਪਰਿਵਾਰ ਦੇ ਸਿਰ ਤੇ ਵੀ ਖੱਤ ਰੱਖਣਾ ਹੈ। ਤੇ ਇਹੋ ਹੀ ਘੜੀਆਂ ਦਾ ਸਦਕਾ ਗੁਰੂ ਨਾਨਕ ਨੇ, ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਨੇ ਲੋਕ ਤੇ ਪਰਲੋਕ ਵਿੱਚ ਮੇਰੀ ਬਾਂਹ ਵੀ ਫੜ ਕੇ ਰੱਖਣੀ ਹੈ। ਸਤਿ ਸ੍ਰੀ ਅਕਾਲ। ਸੰਗਤ ਵਿੱਚ ਆਉਣ ਲੱਗਿਆਂ ਢਿੱਲ ਨਾ ਕਰੋ। ਮੈਂ ਪੂਰੇ ਪਾਣੀਪਤ ਦੀ ਗੱਲ ਹੀ ਨਹੀਂ ਕਰਦਾ। ਆ ਜਿਹੜੀ ਅੰਸਲ ਸੁਸ਼ਾਂਤ ਸਿਟੀ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਪਿਆਰਿਓ, ਇਸੇ ਕਲੋਨੀ ਦੇ ਵਿੱਚ ਹੀ ਕਈ ਪਰਿਵਾਰ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਪੋਸਟਰ ਪੜ੍ਹਿਆ ਹੋਏਗਾ, ਕਿਹਾ ਹੋਏਗਾ ਚੱਲ ਯਾਰ ਕੋਈ ਨਹੀਂ, ਕੀ ਫਰਕ ਪੈਣਾ ਨਾ ਗਏ ਤੇ। ਹਾਂਜੀ, ਕੀ ਫਰਕ ਪੈਣਾ ਨਾ ਗਏ ਤੇ।
ਉਹ ਬਾਪੂ ਨੂੰ ਨਹੀਂ ਪੈਣਾ ਪਰ ਤੈਨੂੰ ਜ਼ਰੂਰ ਪੈਣਾ ਹੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੈਨੂੰ ਜ਼ਰੂਰ ਪੈਣਾ ਹੀ। ਕਦੀ ਵੀ ਕੋਈ ਇਹੋ ਜਿਹਾ ਸੁਣਿਆ ਮਿਲੇ ਸਾਰੇ ਕੰਮ ਛੱਡ ਕੇ ਪਹੁੰਚ। ਇਹਦੇ ਨਾਲ ਹੋਏਗਾ ਪਤਾ ਕੀ, ਜਦੋਂ ਤੂੰ ਸੰਗਤ ਦੇ ਵਿੱਚ ਆਉਣ ਦੇ ਕੰਮ ਨੂੰ ਪਹਿਲ ਦੇ ਦੇਂਗਾ ਨਾ, ਤੈਨੂੰ ਫਿਰ ਆਪਣੇ ਕੰਮਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਤੇਰੇ ਕੰਮਾਂ ਦਾ ਫਿਕਰ ਗੁਰੂ ਨਾਨਕ ਆਪਣੀ ਝੋਲੀ 'ਚ ਪਵਾ ਲੈਣਗੇ। ਸਤਿ ਸ੍ਰੀ ਅਕਾਲ। ਬਾਬਾ ਕਹਿੰਦਾ ਮੇਰੇ ਕੋਲ ਪਹਿਲੀ ਚੀਜ਼ ਗੁਰ ਸੰਗਤ, ਆ ਗੁਰੂ ਦੀ ਸੰਗਤ। ਦੂਜੀ ਬਾਣੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹੁਣ 2 ਵਜੇ ਦੇ 3 ਵਜੇ ਦੇ ਬੈਠੇ ਤੇ ਕੀ ਕਰ ਰਹੇ ਹੋ? ਬਾਣੀ ਪੜ੍ਹ ਰਹੇ ਹੋ ਨਾ, ਬਾਣੀ ਸੁਣ ਰਹੇ ਹੋ ਨਾ। ਇਹ ਵੀ ਬੜਾ ਵੱਡਾ ਖਜ਼ਾਨਾ ਬਾਪੂ ਨੇ ਸਾਨੂੰ ਦਿੱਤਾ, ਬੜਾ ਵੱਡਾ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ ਕਿਸੇ ਦਾ ਬਾਪ ਜਾਂਦਾ ਮਾਰਕੀਟ ਵਿੱਚ ਜਾਂ ਵਿਦੇਸ਼ ਵਿੱਚ ਜਾਂ ਦੇਸ਼ ਵਿੱਚ ਹੀ ਕਿਸੇ ਸ਼ਹਿਰ 'ਚ ਗਿਆ, ਹੋਰ ਸ਼ਹਿਰ 'ਚ, ਤੇ ਜਦੋਂ ਆਇਆ, ਆਉਣ ਲੱਗਿਆਂ ਬੱਚਿਆਂ ਲਈ ਫਰੂਟ ਲੈ ਕੇ ਆਇਆ, ਪਦਾਰਥ ਲੈ ਕੇ ਆਇਆ, ਕੱਪੜੇ ਲੈ ਕੇ ਆਇਆ, ਮਾਇਆ ਲੈ ਕੇ ਆਇਆ। ਕਹਿੰਦੇ ਕਿਸੇ ਦਾ ਪਿਓ ਗਿਆ, ਆਪਣੇ ਬੱਚਿਆਂ ਲਈ ਮਾਇਆ ਲਿਆਇਆ, ਫਰੂਟ ਲਿਆਇਆ, ਹਾਂਜੀ ਪਦਾਰਥ ਲਿਆਇਆ, ਕੱਪੜੇ ਲੀੜੇ ਲਿਆਇਆ। ਕਹਿੰਦੇ ਸਾਡਾ ਪਿਤਾ ਗੁਰੂ ਨਾਨਕ ਆਪਣੇ ਬੱਚਿਆਂ ਲਈ, ਆਪਣੇ ਆ ਸਿੱਖਾਂ ਦੇ ਲਈ ਦਰਗਾਹ ਵਿੱਚੋਂ ਗੁਰਬਾਣੀ ਦਾ ਖਜ਼ਾਨਾ ਲੈ ਕੇ ਆਇਆ ਹੈ। ਬੋਲੀਏ ਸੋ ਨਿਹਾਲ। ਸਤਿ ਸ੍ਰੀ ਅਕਾਲ। ਤੇ ਇਸ ਖਜ਼ਾਨੇ ਦਾ ਵੱਧ ਤੋਂ ਵੱਧ ਲਾਭ ਲਿਆ ਕਰੋ, ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ। ਉਹ ਕੀੜੀ ਤੋਂ ਲੈ ਕੇ ਹਾਥੀ ਤੱਕ ਕੋਈ ਵੀ ਕੰਮ ਹੈ ਨਾ, ਉਹ ਗੁਰੂ ਦੀ ਬਾਣੀ ਦੇ ਓਟ ਆਸਰੇ ਵਿੱਚ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਸਿੱਧ ਕਹਿੰਦੇ ਬਾਬਾ ਤੇਰੇ ਕੋਲ ਕੀ ਹੈ? ਸਾਰੀ ਦੁਨੀਆ ਤੇਰੇ ਮਗਰ ਲੱਗੀ ਫਿਰਦੀ ਹੈ, ਤੇਰੇ ਕੋਲ ਕੀ ਹੈ? ਕਿਹੜੀ ਕਰਾਮਾਤ? ਤੇ ਗੁਰੂ ਨਾਨਕ ਪਤਾ ਕੀ ਕਹਿੰਦੇ, ਮੇਰੇ ਕੋਲ ਕੋਈ ਹੋਰ ਕਰਾਮਾਤ ਨਹੀਂ, ਮੇਰੇ ਕੋਲ ਪਤਾ ਕੀ ਗੁਰ ਸੰਗਤ ਬਾਣੀ ਬਿਨਾ। ਕਹਿੰਦੇ ਇੱਕ ਤੇ ਗੁਰੂ ਦੀ ਸੰਗਤ ਤੇ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਮੇਰੇ ਕੋਲ ਆ ਗੁਰੂ ਦੀ ਸੰਗਤ, ਦੂਜਾ ਗੁਰੂ ਦੀ ਬਾਣੀ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੇਰੇ ਕੋਲ ਹੋਰ ਕੋਈ ਚੀਜ਼ ਹੈ ਹੀ ਨਹੀਂ, ਬਾਣੀ ਸੰਗਤ। ਇਹ ਤੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ, ਹੋਰ ਕੋਈ ਆਸਰਾ ਨਹੀਂ। ਅੱਜ ਸਾਰੀਆਂ ਚੀਜ਼ਾਂ ਦਾ ਜੋ ਮਾਲਕ ਦਾ ਮਿਸ਼ਨ ਹੈ ਨਾ, ਲੜ ਫੜ ਕੇ ਰੱਖਿਓ। ਕਿਵੇਂ ਕਹਿ ਰਹੇ ਭਾਈ ਗੁਰਦਾਸ ਜੀ, ਪੜਿਓ। ਬਾਬਾ ਕਹਿ ਰਹੇ ਆ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਗਹਿਰਾਈ। शिव रूपी करता पुरख चले नाही तरत चलाई। सिद्ध तंत्र मंत्र कर चढ़ पे शब्द गुरु के कला छपाई। दद्दे दाता गुरु है कक्के कीमत किने न पाई। सो दीन नानक सतगुर सरनाई। जी कोई जित नहीं कोई जित नहीं सकिया जी बाबे नानक नो। जित नहीं सकिया जी बाबे नानक नो। कोई फिर बोलो सिद्धां नूं भी अखीर ते कहना ही पिया कि सिद्ध बोलन शुभ बचन तन नानक तेरी वड्डी कमाई। तन नानक तेरी वड्डी बोलो कमाई। तन नानक तेरी वड्डी कमाई। तन नानक तेरी वड्डी कमाई। मेला सुन शिवरात दा बाबा अचल बटाले आई। दर्शन वेखण कार ने सगली उलट पई लोकाई। एक कोई कमाई वाला ही तुहाडे इलाके च आ जाए ना, वो इन्नी खिच पा देंदा, इन्नी खिच पा देंदा मैं जाना ही जाना है। ते जिथे ओ गया जिहदी एक दृष्टि नाल करोड़ां कमाई वाले बनदे ने, सारी धरती ने ते उत्थे आउणा ही है। सुनियो भाई गुरदास जी कह रहे
ਦਰਸ਼ਨ ਵੇਖਣ ਕਾਰ ਨੇ ਸੰਗਲੀ ਉਲਟ ਪਈ ਲੋਕਾਈ ਉਹ ਲੱਗੀ ਪਰਸਨ ਲక్ష్ਮੀ ਮਾਇਆ ਵੀ ਪੈਰਾਂ 'ਚ ਜਗ੍ਹਾ ਮੰਗਣ ਲੱਗ ਪਈ ਲੱਗੀ ਪਰਸਨ ਲక్ష్ਮੀ ਰਿੱਧ ਸਿੱਧ ਨੌ ਨਿਤ ਸਮਾਈ ਜੋਗੀ ਦੇਖ ਚਲਿਤ ਰਨੋ ਮਨ ਵਿੱਚ ਰਿਸਕ ਕਨੇਰੀ ਖਾਈ ਭਗਤੀਆਂ ਪਾਈ ਭਗਤ ਆੜ ਲੋਟਾ ਜੋਗੀ ਲਿਆ ਛਪਾਈ ਭਗਤੀਆਂ ਗਈ ਭਗਤ ਭੁੱਲੇ ਲੋਟੇ ਅੰਦਰ ਸੁਰਤ ਭੁਲਾਈ ਓ ਬਾਬਾ ਜਾਣੀ ਜਾਣ ਪੁਰਖ ਬਾਬਾ ਕੌਣ ਬਾਬਾ ਜਾਣੀ ਜਾਣ ਪੁਰਖ ਦੱਸੋ ਜਾਣਦਾ ਕਿ ਨਹੀਂ ਅਮਨਦੀਪ ਸਿੰਘ ਕੋਲੋਂ ਗੱਲਾਂ ਲੁਕਾ ਲੋਗੇ ਪਰ ਬਾਬਾ ਦੀਪ ਸਿੰਘ ਕੋਲੋਂ ਗੱਲਾਂ ਤੇ ਨਹੀਂ ਨਾ ਲੁਕਾ ਸਕਦੇ ਹਾਂਜੀ ਮੈਂ ਬੰਦਾ ਵਾਂ ਆਮ ਇਨਸਾਨ ਆ ਤੁਹਾਡੇ ਵਰਗਾ ਮੈਨੂੰ ਤੁਹਾਡੇ ਦਿਲ ਦਾ ਕੀ ਪਤਾ ਪਰ ਜਿਹਦੇ ਚਰਨਾਂ ਵਿੱਚ ਬੈਠੇ ਹੋ ਨਾ ਤੁਸੀਂ ਬੋਲੋ ਤੇ ਭਾਵੇਂ ਨਾ ਬੋਲੋ ਨੂੰ ਸਭ ਕੁਝ ਪਤਾ ਹੈ ਆਖੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਉਹਨੂੰ ਤੇ ਸਭ ਦਾ ਪਤਾ ਹੈ ਕਿਹੜਾ ਕਿਹੜੀ ਭਾਵਨਾ ਲੈ ਕੇ ਆਇਆ ਕਿਹੜਾ ਦੁੱਧ ਮੰਗਦਾ ਕਿਹੜਾ ਪੁੱਤ ਮੰਗਦਾ ਕਿਹੜਾ ਘਰ ਦੀ ਸੁੱਖ ਸ਼ਾਂਤੀ ਮੰਗਦਾ ਕਿਹੜਾ ਵੀਜ਼ੇ ਮੰਗਦਾ ਕਿਹੜਾ ਕਲਾ ਕਲੇਸ਼ ਦੂਰ ਹੋ ਜੇ ਆ ਚੀਜ਼ ਮੰਗਦਾ ਸਭ ਕੁਝ ਪਤਾ ਸਭ ਕੁਝ ਤੇ ਉਹਨੂੰ ਇਹ ਵੀ ਪਤਾ ਹੈ ਕਿਹੜਾ ਸੰਗਤ ਦੇ ਵਿੱਚ ਮੈਨੂੰ ਮੰਗਣ ਵਾਸਤੇ ਬੈਠਾ ਹੋਇਆ ਹੈ ਹਾਂਜੀ ਵਾਹ ਵਾਹ ਸਤਿ ਸ੍ਰੀ ਅਕਾਲ ਕਿਉਂਕਿ ਉਹ ਜਾਣੀ ਜਾਣ ਪੜਦੇ ਹੋ ਨਾ ਰੋਜ਼ ਪੜਿਓ कट कट के अंतर की जानत पले बुरे की पीर पहचानत कट कट के अंतर की जानत भले बुरे की पीर पहचानत कट कट वाह ओ बिन बोलिया सब किछ जानदा 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 बिन बोलिया वाह क्यों जानदा क्योंकि बाबा जानी जान पुरख बाबा जानी जान पुरख बाबा जानी जान पुरख बाबा जानी जान बोलो पुरख बाबा वाह कड्डिया लोटा जहां लुकाई वेख चलतर जोगी खुण साई हुण सुनियो एक वेड़ा आया पहले खंदक खांदे सी ते फिर चरना ते ढह पए जितण आए बाबे नू आप ही हार के चले गए आखो धन गुरु नानक धन गुरु कोई जित नहीं सकिया जी बाबे नानक ना जित नहीं सकिया जी बाबे बोलो नानक कोई वाह फिर बोलो पुछे पीर तकरार करे ए फकीर बड़ा अताईओ इथे विच बगदाद ते वड्डी करामात दिखलाई पाताला आकाश लख ओढ़क पाली खबर सुनाई फिर दोहरायन दस्तगीर असी पीवे खांचो देख पाई नाल लीता बेटा पीर दा नाल लीता बेटा पीर दा अखी मीट गया खवाई लख आकाश पताल लख अख फुरंक विच सब दिखलाई पर कच कोल परशाद दा तुरो पताला ले कड़ाई तुरो पताला ले कड़ाई जाहर कला न छपे छपाई जाहर कला न छपे कोई जित नहीं
कोई जित नहीं जी, कोई जित नहीं सकिया जी बाबे नानक नो। कोई जित नहीं सकिया जी बाबे नानक नो। फिर बोलो गुरु नानक की वड्याई, गुरु नानक की वड्याई, गुरु नानक की वड्याई, गुरु नानक की वड्याई। फिर बाबा गया बगदाद ना, बाहर जाए किया अस्थाना। एक बाबा अकाल रूप जी, दूजा रब्बा भी मरदाना। दिती बांग निवाज कर, सुन समान होआ जहाना। सुन मुन नगरी भई, बोलो सुन मुन नगरी भई, बोलो सुन मुन नगरी भई, फिर बोलो सुन मुन नगरी भई। देख पीर पया है राना, वेखे ध्यान लगाए कर। बाबा कौन है साडा? फकीर बड़ा मस्ताना, एक फकीर बड़ा मस्ताना। एक फकीर बड़ा मस्ताना, एक फकीर बड़ा मस्ताना। एक फकीर गज के, ओ फकीर कौन? तन गुरु नानक तू ही निरंकार, तन गुरु नानक तू ही निरंकार। धन गुरु नानक तू ही निरंकार, धन गुरु नानक तू ही निरंकार। बोलो धन गुरु। एक फकीर बड़ा मस्ताना, पूछया फिर के दस्तगीर, कौन फकीर किसका कारखाना। नानक कल विच आया रब फकीर एको पहचाना। धरत आकाश जहों दिस जन, कोई जित नहीं सकिया जी बाबे नानक न। कोई जित नहीं सकिया जी बाबे नानक नो। सतनाम 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 दा चक्र फिराया। सतनाम 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 दा चक्र फिराया। बोलो संगत जी सत सत सत। वाहेगुरु 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 गज के आवाज सुननी चाहना प्यारे। वाहेगुरु वाहेगुरु वाहेगुरु
ਵਾਹਿਗੁਰੂ ਵਾਹਿਗੁਰੂ। ਸਤਨਾਮ 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 ਦਾ ਚੱਕਰ ਫਿਰਾਇਆ। ਸਤਨਾਮ 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 ਦਾ ਚੱਕਰ ਫਿਰਾਇਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ। 20 ਤੋਂ 25 ਮਿੰਟ ਦਾ ਸਮਾਂ ਮੈਂ ਵੱਧ ਤੋਂ ਵੱਧ ਹੋਰ ਲੈਣਾ ਤੁਹਾਡਾ, ਉਸ ਤੋਂ ਬਾਅਦ ਸਮਾਪਤੀ। ਬਿਲਕੁਲ ਥੋੜੇ ਜਿਹੇ ਮਿੰਟ ਧਿਆਨ ਦੇਣਾ। ਜੀਤੀ ਨੌ ਖੰਡ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ। ਸੁਣਿਓ ਧਿਆਨ ਨਾਲ ਮੇਰੀ ਬੇਨਤੀ। ਔਰ ਐ ਚੜ੍ਹਦੀ ਕਲਾ ਨਾਲ ਬੈਠੀ, ਚੜ੍ਹਦੀ ਕਲਾ ਨਾਲ। ਸਮਾਪਤੀ ਤੇ ਅਰਦਾਸ ਜਦੋਂ ਹੋਣੀ, ਆਪਣੀਆਂ ਆਪਣੀਆਂ ਅਰਜ਼ੀਆਂ ਲਵਾ ਕੇ ਜਾਣੀਆਂ, ਪਤਾ ਹੈ ਸਭ ਨੂੰ। ਤੇ ਜਿਹੜੀ ਅਰਜ਼ੀ ਅਰਦਾਸ ਵੇਲੇ ਤੁਸੀਂ ਲਾਉਣੀ ਹੈ ਨਾ, ਚੁਪਹਿਰੇ ਦੀ ਸਮਾਪਤੀ ਤੇ ਬਾਪੂ ਨੇ ਸਾਰਿਆਂ ਦੀਆਂ ਅਰਜ਼ੀਆਂ ਤੇ ਅੱਜ ਸਈਆਂ ਫੇਰਣੀਆਂ ਨੇ। ਸਈਆਂ ਸਤਿ ਸ੍ਰੀ ਅਕਾਲ। ਸਈਆਂ ਪਤਾ ਕਿਉਂ ਫੇਰਣੀਆਂ? ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ, ਆਪਣੀ ਜੇਬ ਮੁਤਾਬਕ, ਆਪਣੀ ਵਿੱਤ ਮੁਤਾਬਕ। ਵਾਹ ਵਾਹ। ਤੇ ਅਸੀਂ ਗੁਰੂ ਨਾਨਕ ਬਾਪੂ ਜੀ ਦਾ ਆਗਮਨ ਪੁਰਬ ਮਨਾ ਰਹੇ ਆ, ਤੇ ਬਾਪੂ ਨੇ ਵੀ ਅੱਜ ਬਖਸ਼ਿਸ਼ਾਂ ਵੰਡਣੀਆਂ ਨੇ, ਕਿਸੇ ਨੂੰ ਖਾਲੀ ਨਹੀਂ ਮੋੜਨਾ। ਜਿਹੜੀ ਵੀ ਤੁਸੀਂ ਅੱਜ ਅਰਜ਼ੀ ਲਾਉਣੀ ਹੈ ਨਾ, ਅਰਦਾਸ ਦੇ ਸਮੇਂ ਸਭ ਦੀਆਂ ਅਰਜ਼ੀਆਂ ਕਬੂਲ ਹੋਣੀਆਂ। ਆਖੋ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ। ਧੰਨ ਬਾਬਾ ਦੀਪ ਸਿੰਘ ਜੀ। ਇਹ ਸਤਨਾਮ ਦਾ ਚੱਕਰ ਜਿਹੜਾ ਮਹਾਰਾਜ ਜੀਆਂ ਨੇ ਪੂਰੇ ਸੰਸਾਰ ਦੇ ਵਿੱਚ ਫਿਰਾਇਆ, ਇਸ ਚੱਕਰ ਨੂੰ ਫਿਰਾਉਣ ਦੇ ਵਿੱਚ, ਸਤਨਾਮ ਦਾ ਪ੍ਰਚਾਰ ਕਰਨ ਦੇ ਵਿੱਚ ਜੀਵਨ ਦੇ ਤਕਰੀਬਨ 25 ਤੋਂ 26 ਸਾਲ ਲਾਏ। ਸੁਣਿਓ ਧਿਆਨ ਨਾਲ। ਤੇ ਜਦੋਂ ਇਹ ਚੱਕਰ ਫਿਰਾਉਣ ਵਾਸਤੇ ਸਤਨਾਮ ਦਾ 4 ਉਦਾਸੀਆਂ ਕੀਤੀਆਂ ਨਾ ਬਾਪੂ ਨੇ, ਉਦਾਸੀਆਂ, ਧਿਆਨ ਦੇਣਾ ਮੇਰੀ ਗੱਲ ਵੱਲ। ਤੇ ਉਹਨਾਂ ਦੇ ਵਿੱਚ ਕੁਝ ਵਿਸ਼ੇਸ਼ ਢੰਗ ਅਪਣਾਏ ਸੀ ਮਾਲਕ ਨੇ, ਵਿਸ਼ੇਸ਼ ਢੰਗ। ਉਹ ਢੰਗ ਮੈਂ ਥੋੜੇ ਮਿੰਟਾਂ ਦੇ ਵਿੱਚ ਸਾਂਝੇ ਕਰਨ ਦਾ ਯਤਨ ਕਰਾਂਗਾ। ਪੂਰੀਆਂ ਵਡਿਆਈਆਂ ਤੇ ਕੋਈ ਵੀ ਨਹੀਂ ਕਰ ਸਕਦਾ। ਅਸੀਂ ਤੁਸੀਂ ਕੀ, ਜਿੱਡੀ ਵੱਡੀ ਸ੍ਰਿਸ਼ਟੀ ਹੈ ਨਾ, ਸ੍ਰਿਸ਼ਟੀ ਵਿੱਚ 84 ਲੱਖ ਜੂਨ ਨੇ। ਇੱਕ ਜੂਨ ਦੇ ਵਿੱਚ ਲੱਖਾਂ ਕਰੋੜਾਂ ਪ੍ਰਾਣੀ ਨੇ। ਇੱਕ ਪ੍ਰਾਣੀ ਦੇ ਇੱਕ ਸਰੀਰ ਦੇ ਉੱਤੇ ਕਰੋੜਾਂ ਰੋਮ ਨੇ। ਮਹਾਂਪੁਰਖ ਬਚਨ ਕਰਦੇ ਸੀ, ਕਹਿੰਦੇ ਇੱਕ ਪ੍ਰਾਣੀ ਦੇ ਇੱਕ ਰੋਮ ਦੇ ਉੱਤੇ ਕਰੋੜਾਂ ਜੀਭਾਂ ਲੱਗ ਜਾਣ, ਤੇ ਇੱਕ ਪ੍ਰਾਣੀ ਕਰੋੜਾਂ ਜਨਮ ਧਾਰ ਕੇ ਵੀ ਗੁਰੂ ਨਾਨਕ ਦੀ ਵਡਿਆਈ ਕਰਨ ਲੱਗ ਪਵੇ, ਵਡਿਆਈਆਂ ਦਾ ਅੰਤ ਤਾਂ ਵੀ ਨਹੀਂ ਕੋਈ ਪਾ ਸਕਦਾ। ਸਤਿ ਸ੍ਰੀ ਅਕਾਲ। ਪਰ ਵਡਿਆਈ ਅਸੀਂ ਕਰਨੀ ਕਿਉਂ? ਫਿਰ ਕਰਨੀ ਕਿਉਂ? ਉਹ ਅੰਤ ਪਾਉਣ ਲਈ ਵਡਿਆਈ ਨਹੀਂ ਕਰਨੀ। ਵਡਿਆਈ ਇਸ ਵਾਸਤੇ ਕਰਨੀ ਕਿ ਕਿਸੇ ਨਾ ਕਿਸੇ ਢੰਗ ਨਾਲ ਸਾਡੀ ਨੇੜਤਾ ਉਹਦੇ ਚਰਨਾਂ ਨਾਲ ਹੋਰ ਬਣ ਜੇ, ਸਾਡੇ ਮਨ ਤੋਂ ਪਾਪਾਂ ਦੀ ਮੈਲ ਹਲਕੀ ਹੋ ਜੇ, ਤਾਂ ਕਰਕੇ ਉਹਦੀ ਵਡਿਆਈ ਕਰਨੀ। ਹੁਣ ਸੁਣਿਓ ਗੱਲ ਪਿਆਰ ਨਾਲ। ਬਾਬੇ ਨਾਨਕ ਨੇ ਜਦੋਂ 4 ਉਦਾਸੀਆਂ ਕੀਤੀਆਂ ਨਾ ਸਤਨਾਮ ਦਾ ਇਹ ਚੱਕਰ ਫਿਰਾਉਣ ਦੇ ਲਈ, ਇਹਦੇ ਵਿੱਚ ਕੋਈ ਵਿਸ਼ੇਸ਼ ਢੰਗ ਅਪਣਾਏ। ਪਹਿਲਾ ਵਿਸ਼ੇਸ਼ ਢੰਗ, ਇਹ ਧਿਆਨ ਨਾਲ ਸੁਣਨਾ ਔਰ ਆਪਣਾ ਮਨ ਵੇਚ ਕੇ ਜਾਇਓ ਬਾਪੂ ਦੇ ਅੱਗੇ, ਮਨ ਵੇਚ ਕੇ। ਗੁਰੂ ਨਾਨਕ ਤੋਂ ਪਹਿਲਾਂ ਸਾਰਿਆਂ ਨੇ ਇਹ ਗੱਲ ਤੇ ਸੁਣੀ ਕਿ ਕੋਈ ਪੀਪੀ ਕਿਸੇ ਪੀਰ ਪੈਗੰਬਰ ਦੀ ਸ਼ਰਨ ਵਿੱਚ ਗਿਆ ਤੇ ਉਸ ਪੀਰ ਪੈਗੰਬਰ ਨੇ ਉਸ ਪਾਪੀ ਨੂੰ ਬਖਸ਼ ਦਿੱਤਾ। ਸਭ ਨੇ ਸੁਣਿਆ। ਪਰ ਇਹ ਗੁਰੂ ਨਾਨਕ ਦੀ ਵੱਡੀ ਵਿਸ਼ੇਸ਼ਤਾਈ, ਪਹਿਲੇ ਪਾਪੀ ਚੱਲ ਕੇ ਜਾਂਦੇ ਸੀ,
ਪਰ ਗੁਰੂ ਨਾਨਕ ਆਪ ਪਾਪੀਆਂ ਦੇ ਘਰ ਚੱਲ ਕੇ ਗਏ ਨੇ। ਆਪ ਪਾਪੀਆਂ ਦੇ ਘਰ ਚੱਲ ਕੇ ਉਹਨਾਂ ਦਾ ਬੂਹਾ ਖੜਕਾਇਆ, ਆਓ ਭਾਈ ਅਸੀਂ ਤੁਹਾਨੂੰ ਤਾਰਨ ਆਏ ਆ। ਤਾਰਨ ਇਹ ਗੁਰੂ ਨਾਨਕ ਦੇ ਜੀਵਨ ਵਿੱਚੋਂ ਮਿਲੇਗਾ, ਹੋਰ ਕਿਸੇ ਦੇ ਜੀਵਨ ਚੋਂ ਨਹੀਂ। ਤੁਸੀਂ ਸਿਆਣੇ ਹੋ। ਕੌਡਾ ਰਾਕਸ਼ ਮਾਲਕ ਕੋਲ ਗਿਆ ਕਿ ਮਾਲਕ ਗਏ? ਮਾਲਕ ਗਏ ਆ। ਭੂਮੀਆਂ ਆਇਆ ਕਿ ਮਹਾਰਾਜ ਗਏ? ਮਹਾਰਾਜ ਗਏ ਨੇ। ਸੱਜਣ ਠੱਗ ਆਇਆ ਕਿ ਮਹਾਰਾਜ ਗਏ? ਮਹਾਰਾਜ ਗਏ ਨੇ। ਘਰ ਘਰ ਜਾ ਕੇ ਪਾਪੀਆਂ ਦਾ ਬੂਹਾ ਖੜਕਾਇਆ, ਆ ਭਈ ਅਸੀਂ ਤੈਨੂੰ ਤਾਰਨ ਆਏ ਆ। ਤਾਰਨ ਇਹ ਗੁਰੂ ਨਾਨਕ ਦੀ ਵੱਡੀ ਵਡਿਆਈ। ਆਖੋ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਬਾਪੂ ਦਾ ਨਾਮ ਲਓ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਹੁਣ ਇੰਨੀ ਗੱਲ ਸੁਣੀ, ਮੈਂ ਸੁਣਾਈ, ਤੁਸੀਂ ਸੁਣ ਲਈ, ਛੱਡ ਕੇ ਚਲੇ ਗਏ। ਕਾਹਦਾ ਗੁਰਪੁਰਬ ਮਨਾਇਆ ਫਿਰ? ਹੁਣ ਗੱਲ ਸੁਣਿਓ। ਜੇ ਇਹ ਗੱਲ ਸੁਣੀ ਹੈ ਨਾ, ਗੁਰੂ ਨਾਨਕ ਨੇ ਘਰ ਘਰ ਜਾ ਕੇ ਪਾਪੀਆਂ ਦਾ ਬੂਹਾ ਖੜਕਾਇਆ, ਤੇ ਬਾਪੂ ਜੀ ਦੇ ਜੀਵਨ ਵਿੱਚੋਂ ਇਸ ਗੁਣ ਦਾ ਥੋੜਾ ਜਿਹਾ ਕਿਣਕਾ ਅੰਦਰ ਵਸਾਉਣ ਦਾ ਯਤਨ ਕਰਿਓ। ਉਹ ਜਿਹਦੇ ਨਾਲ ਤੇਰੀ ਲੱਗਦੀ ਹੈ ਨਾ, ਨਹੀਂ ਬਣਦੀ ਜੀ, ਜਿਹਦੇ ਨਾਲ ਨਹੀਂ ਬਣਦੀ, ਜਾਂ ਜਿਹਦੇ ਪ੍ਰਤੀ ਤੇਰੇ ਕੋਲੋਂ ਕੋਈ ਗਲਤੀ ਹੋ ਗਈ, ਹੁਣ ਜ਼ਰੂਰ ਪਾਈਏ ਝਾਤੀ। ਕਦੀ ਅਸੀਂ ਮਾਫੀ ਮੰਗਣ ਦੇ ਵਿੱਚੋਂ ਆਪ ਪਹਿਲ ਕੀਤੀ ਹੈ? ਪਾਈਏ ਝਾਤੀ। ਜਿਹੜਾ ਸਾਡੇ ਨਾਲ ਗਲਤੀ ਕਰਦਾ ਜਾਂ ਅਸੀਂ ਕਿਸੇ ਨਾਲ ਗਲਤੀ ਕੀਤੀ, ਉਹਨੂੰ ਬਖਸ਼ਣ ਦੇ ਵਿੱਚ ਅਸੀਂ ਕਦੀ ਪਹਿਲ ਕੀਤੀ ਹੈ? ਜਦੋਂ ਇਹ ਕਦਮ ਵਧਾਵਾਂਗੇ ਨਾ, ਗੁਰੂ ਨਾਨਕ ਦੀ ਖੁਸ਼ੀ ਤੁਹਾਡੇ ਹਿੱਸੇ ਆ ਜਾਏਗੀ। ਤੁਹਾਡੇ ਸਾਰੇ ਪਰਦੇ ਬਾਪੂ ਨੇ ਢੱਕਣੇ ਸ਼ੁਰੂ ਕਰ ਦੇਣੇ। ਤੂੰ ਮੇਰੇ ਵਾਲਾ ਗੁਣ ਥੋੜਾ ਜਿਹਾ ਅਪਣਾਇਆ ਹੋਇਆ ਹੈ। ਆਖੋ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਮੈਂ ਇੱਕ ਦਿਨ ਭਾਈ ਵੀਰ ਸਿੰਘ ਜੀ ਦੀ ਲਿਖਤ ਪੜ੍ਹੀ, ਬੜਾ ਹੈਰਾਨ ਹੋਇਆ, ਬੜਾ ਹੈਰਾਨ। ਹੁਣ ਗੱਲ ਇਹ ਵਜ਼ਨ ਵਾਲੀ ਹੈ, ਧਿਆਨ ਨਾਲ ਸੁਣਿਆ। ਕਹਿੰਦੇ ਜਦੋਂ ਗੁਰਪੁਰਬ ਆਵੇ ਨਾ, ਗੁਰਪੁਰਬ ਮਨਾਓ, ਮੋਮਬੱਤੀਆਂ ਜਗਾ ਕੇ, ਲਾਈਟਾਂ ਜਗਾ ਕੇ, ਛਬੀਲਾਂ ਲਾ ਕੇ, ਲੰਗਰ ਲਾ ਕੇ, ਨਗਰ ਕੀਰਤਨ ਕੱਢ ਕੇ, ਕੀਰਤਨ ਦਰਬਾਰ ਕਰਵਾ ਕੇ, ਸਹਿਜ ਪਾਠ ਕਰਕੇ, ਬਾਣੀ ਦੇ ਪ੍ਰਵਾਹ ਚਲਵਾ ਕੇ ਗੁਰਪੁਰਬ ਮਨਾਓ। ਜਿਹੜੇ ਢੰਗਾਂ ਨਾਲ ਅਸੀਂ ਮਨਾਉਂਦੇ, ਸਾਰੇ ਢੰਗ ਲਿਖ ਦਿੱਤੇ। ਤੇ ਅਖੀਰ ਤੇ ਪਤਾ ਕੀ ਲਿਖਿਆ ਸੀ? ਕਹਿੰਦੇ ਗੁਰਪੁਰਬ ਇੰਜ ਵੀ ਮਨਾਇਆ ਕਰੋ, ਇੰਜ ਵੀ। ਪਹਿਲੇ ਕਹਿੰਦੇ ਗੁਰਪੁਰਬ ਲੰਗਰ ਲਾ ਕੇ ਵੀ ਮਨਾ, ਛਬੀਲਾਂ ਲਾ ਕੇ ਵੀ ਮਨਾ, ਲਾਈਟਾਂ ਜਗਾ ਕੇ, ਮੋਮਬੱਤੀਆਂ ਜਗਾ ਕੇ ਵੀ ਮਨਾ, ਨਗਰ ਕੀਰਤਨ ਕੱਢ ਕੇ ਵੀ ਗੁਰਪੁਰਬ ਮਨਾ, ਕੀਰਤਨ ਦਰਬਾਰ ਕਰਾ ਕੇ ਵੀ ਗੁਰਪੁਰਬ ਮਨਾ, ਸਭ ਚੰਗੀਆਂ ਚੀਜ਼ਾਂ। ਪਰ ਗੁਰਪੁਰਬ ਇੰਜ ਵੀ ਮਨਾ, ਇੰਜ ਇੰਜ। ਮੈਂ ਬੜਾ ਹੈਰਾਨ ਹੋਇਆ, ਕਿੰਜ? ਜਦੋਂ ਮੈਂ ਕਿਤਾਬ ਦਾ ਪੰਨਾ ਪਲਟਿਆ, ਉੱਥੇ ਲਿਖਿਆ ਸੀ, ਕਹਿੰਦੇ ਗੁਰਪੁਰਬ ਇੰਜ ਵੀ ਮਨਾ, ਜਿਸ ਦਿਨ ਗੁਰੂ ਪਿਤਾ ਜੀ ਦਾ ਗੁਰਪੁਰਬ ਹੋਵੇ ਨਾ, ਉਸ ਦਿਨ ਝਾਤੀ ਪਾ, ਕਿਹੜਾ ਮੇਰਾ ਰਿਸ਼ਤੇਦਾਰ, ਕਿਹੜਾ ਆਂਢੀ ਗੁਆਂਢੀ ਜਿਹਦੇ ਨਾਲ ਪਹਿਲੇ ਮੇਰੀ ਬੜੀ ਮੁਹੱਬਤ ਸੀ, ਪਰ ਹੁਣ ਉਹਦੇ ਨਾਲ ਮੇਰੀ ਬਣਦੀ ਨਹੀਂ, ਉਹਦੇ ਨਾਲ ਮੇਰੀ ਬਣਦੀ ਨਹੀਂ। ਕਹਿੰਦੇ ਆਪ ਨੰਗੇ ਪੈਰੀ ਉਹਦੇ ਘਰ ਚੱਲ ਕੇ ਜਾ, ਉਸ ਰੁੱਸੇ ਹੋਏ ਨੂੰ ਮਨਾ, ਆਪਣੇ ਅੰਦਰੋਂ ਨਫ਼ਰਤ ਦੀਆਂ ਦੀਵਾਰਾਂ ਨੂੰ ਢਾ, ਤੇ ਗੁਰਪੁਰਬ ਇੰਜ ਵੀ ਮਨਾ। ਸਤਿ ਸ੍ਰੀ ਅਕਾਲ। ਆਪਣੇ ਅੰਦਰੋਂ ਨਫ਼ਰਤ ਦੀਆਂ ਦੀਵਾਰਾਂ ਨੂੰ ਢਾ, ਤੇ ਗੁਰਪੁਰਬ ਇੰਜ ਵੀ ਮਨਾ। ਸਾਰੇ ਬੋਲੋ, ਗੁਰਪੁਰਬ ਇੰਜ ਵੀ ਮਨਾ। ਇੰਜ ਵੀ ਮਨਾ। ਬਾਬੇ ਨਾਨਕ ਨੇ ਘਰ ਘਰ ਜਾ ਕੇ ਬੂਹਾ ਖੜਕਾਇਆ, ਗੁਣ ਲੈ ਲਓ ਨਾ ਵਿੱਚੋਂ। ਨਫ਼ਰਤ ਦੀਆਂ ਦੀਵਾਰਾਂ ਢਾ, ਤੇ ਗੁਰਪੁਰਬ ਇੰਜ ਵੀ ਮਨਾ। ਹੁਣ ਮੰਨ ਲਓ ਤੁਹਾਡਾ ਕੋਈ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਾਈ 10 ਸਾਲਾਂ ਤੋਂ ਤੁਹਾਡੀ ਬੋਲ ਚਾਲ ਨਹੀਂ। ਹੁਣ ਜਦੋਂ ਉਹਨੂੰ ਮਨਾਉਣ ਜਾਣਾ ਨਾ, ਇਕੱਲੇ ਨਹੀਂ ਜਾਣਾ। ਇਹ ਨਹੀਂ ਕਿ 4-5 ਬੰਦੇ ਲੈ ਕੇ ਜਾਣੇ, ਨਹੀਂ। ਜਦੋਂ ਜਾਣਾ ਨਿਤਨੇਮ ਵਧਾ ਕੇ ਪਿਤਾ ਜੀ ਨੂੰ ਕਹਿਣਾ, ਪਿਤਾ ਜੀ ਮੈਂ ਜਾ ਰਹੀ ਹਾਂ ਜਾਂ ਜਾ ਰਿਹਾ, ਕਿਰਪਾ ਕਰੋ ਮੇਰੇ ਨਾਲ ਹੀ ਚੱਲੋ, ਮੇਰੇ ਨਾਲ ਹੀ ਚੱਲੋ। ਇੰਨੇ ਸਾਲਾਂ ਤੋਂ ਬੋਲ ਚਾਲ ਨਹੀਂ, ਅੱਜ ਮੈਂ ਮਨਾਉਣ ਜਾ ਰਿਹਾ, ਮੇਰੇ ਨਾਲ ਚੱਲੋ। ਮੈਂ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਕਹਿ ਰਿਹਾ, ਜਦੋਂ ਅਰਦਾਸ ਕਰਕੇ ਨਿਤਨੇਮ ਵਧਾ ਕੇ ਪਿਤਾ ਨੂੰ ਨਾਲ ਲੈ ਕੇ ਜਾਓਗੇ ਨਾ, ਸਾਹਮਣੇ ਵਾਲਾ ਮੰਨੇਗਾ ਹੀ ਮੰਨੇਗਾ। ਪਰ ਇੱਕ ਪ੍ਰੋਬਲਮ ਆ ਸਕਦੀ ਹੈ, ਤੇ ਉਹ ਵੀ ਬੰਦਾ ਹੀ ਹੈ ਨਾ। ਹੋ ਸਕਦਾ ਉਹਦੇ ਅੰਦਰ ਇੰਨੀ ਗੱਲ ਆ ਜੇ, ਵੇਖਿਆ ਮੈਂ ਵੱਡਾ ਏ ਤੇ ਛੋਟਾ ਹੈ, ਮੈਂ ਉੱਚਾ ਹੀ ਨੀਵਾਂ ਹੈ, ਮੈਂ ਥੋੜੀ ਗਿਆ, ਇਹ ਚੱਲ ਕੇ ਆਇਆ। ਉਹਦੇ ਅੰਦਰ ਭਾਵੇਂ ਇੰਨੀ ਗੱਲ ਆ ਜੇ, ਪਰ ਕੋਈ ਟੈਨਸ਼ਨ ਨਾ ਰੱਖਿਓ, ਭਾਵੇਂ ਉਹਦੇ ਅੰਦਰ ਇੰਨੀ ਗੱਲ ਆ ਜੇ, ਮੈਂ ਵੱਡਾ ਇਹ ਛੋਟਾ ਹੈ, ਪਰ ਉਸ ਦਿਨ ਸਮਝ ਲੈਣਾ
ਗੁਰੂ ਨਾਨਕ ਨੇ ਬਰਕਤ ਦੀਆਂ ਦੋਵੇਂ ਮੁੱਠਾਂ ਤੁਹਾਡੀ ਝੋਲੀ 'ਚ ਅੱਜ ਖੋਲ ਦਿੱਤੀਆਂ ਨੇ। ਕਿਉਂ? ਬਾਬਾ ਕਹੇਗਾ ਮੇਰੇ ਬੱਚਿਆ, ਜਿਹੜਾ ਮੈਂ ਨਿਰਵੈਰਤਾ ਦਾ ਪ੍ਰਚਾਰ ਸਿਖਾ ਕੇ ਗਿਆ ਨਾ, ਅੱਜ ਤੂੰ ਆਪਣੇ ਅੰਦਰੋਂ ਨਫ਼ਰਤ ਦੀਆਂ ਉਹ ਦੀਵਾਰਾਂ ਨੂੰ ਢਾਇਆ ਤੇ ਅੱਜ ਤੂੰ ਵੀ ਨਿਰਵੈਰਤਾ ਦੇ ਰਸਤੇ ਦਾ ਪਾਂਦੀ ਬਣ ਗਿਆ ਹੈ। ਸਤਿ ਸ੍ਰੀ ਅਕਾਲ। ਕਦੀ ਕਦੀ ਗੁਰਪੁਰਬ ਇੰਜ ਵੀ ਮਨਾ ਲਿਆ ਕਰੋ ਜੀ। ਕਿੰਨੀ ਕੁ ਜ਼ਿੰਦਗੀ ਹੈ ਐਵੇਂ ਨਫ਼ਰਤ ਦੀਆਂ ਦੀਵਾਰਾਂ ਪਾਈਆਂ ਹੁੰਦੀਆਂ। ਮੈਂ ਨਹੀਂ ਬੁਲਾਉਣਾ ਤੈਨੂੰ, ਮੈਂ ਇਦਾਂ ਨਹੀਂ ਕਰਨਾ, ਮੈਂ ਉਦਾਂ ਨਹੀਂ ਕਰਨਾ। ਉਹ ਨਹੀਂ ਨਹੀਂ, ਇਦਾਂ ਨਹੀਂ। ਅੱਜ ਜਿੰਨੀਆਂ ਨਫ਼ਰਤ ਦੀਆਂ ਦੀਵਾਰਾਂ ਢਾ ਸਕਦੇ ਹੋ ਨਾ ਢਾਓ। ਗੁਰੂ ਨਾਨਕ ਨੇ ਆ ਸਿਖਾਇਆ ਹੈ। ਗੁਰੂ ਨਾਨਕ ਨਫ਼ਰਤ ਕਰਦੇ ਜੀ। ਇਹ ਤੇ ਠੱਗ ਨੇ, ਮੈਂ ਇਹਨਾਂ ਦੇ ਘਰ ਕਿਉਂ ਜਾਵਾਂ? ਇਹ ਤੇ ਚੋਰ ਨੇ, ਮੈਂ ਇਹਨਾਂ ਘਰ ਕਿਉਂ ਜਾਵਾਂ? ਮੈਂ ਤੇ ਉਹਨਾਂ ਘਰ ਹੀ ਜਾਣਾ ਜਿਹੜੇ ਪੁੰਨੀ ਬੰਦੇ ਨੇ। ਤੇ ਫਿਰ ਅੱਜ ਗੁਰੂ ਨਾਨਕ ਨੂੰ ਧੰਨ ਨਹੀਂ ਸੀ ਆਪਾਂ ਕਹਿਣਾ। ਬਾਬਾ ਜਿੱਥੇ ਪੁੰਨੀਆਂ ਦੇ ਘਰ ਗਿਆ ਨਾ, ਕਦੀ ਪੜੋ ਜ਼ਿਕਰ ਭਾਈ ਲਾਲੋ ਵਰਗਿਆਂ ਦੇ ਜ਼ਿਕਰ ਘੱਟ ਨੇ ਇਤਿਹਾਸ ਵਿੱਚ। ਕੌਡੇ ਰਾਕਸ਼ ਵਰਗਿਆਂ ਦੇ, ਸੱਜਣ ਠੱਗ, ਨੂਰ ਸ਼ਾਹ ਜਾਦੂਗਰਨੀ, ਭੂਮੀਏ ਚੋਰ, ਕਿੰਨੇ ਹੀ ਨਾਮ ਨੇ। ਇਹਨਾਂ ਦੇ ਜ਼ਿਕਰ ਜ਼ਿਆਦਾ ਨੇ ਇਤਿਹਾਸ ਵਿੱਚ। ਜਿਹੜੇ ਪਾਪੀਆਂ ਦਾ ਬੂਆ ਬਾਪੂ ਨੇ ਆਪ ਜਾ ਕੇ ਖੜਕਾਇਆ। ਅਸੀਂ ਜੀ ਉਹਨਾਂ ਦਾ ਗੁਰਪੁਰਬ ਮਨਾ ਰਹੇ, ਥੋੜੀਆਂ ਜੀਆਂ ਨਫ਼ਰਤ ਦੀਆਂ ਦੀਵਾਰਾਂ ਤੇ ਢਾਈਏ। ਚਲੋ ਪੂਰੀਆਂ ਨਹੀਂ ਢਾ ਸਕਦੇ, ਇੱਕ ਦੋ ਇੱਟਾਂ ਹੀ ਢਾ ਦਿਓ। ਸ਼ੁਰੂਆਤ ਤੇ ਕਰੋ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਅਸੀਂ ਪੜਨਾ ਥੋੜੀ ਕੱਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਪੜਨਾ ਥੋੜੀ, ਇਹਨੂੰ ਕਮਾਉਣਾ ਵੀ ਤੇ ਹੈ ਨਾ, ਕਮਾਉਣਾ ਵੀ ਹੈ। ਔਰ ਵੇਖਿਓ ਫਿਰ ਤੁਹਾਡੇ ਹਰੇਕ ਕੰਮ ਦੇ ਵਿੱਚ ਸਹਿਜ ਸੁਭਾਅ ਵਰਤਣ ਲੱਗ ਪਏਗਾ। ਤੁਸੀਂ ਪਲੈਨਿੰਗ ਕਰੋਗੇ, ਕੰਮਾਂ ਦੀ ਕਰੋਗੇ, ਤੁਹਾਡੀ ਪਲੈਨਿੰਗ 'ਚ ਵੀ ਵਰਤੇਗਾ। ਪਰ ਸੱਚੀ ਗੱਲ ਏ, ਜਿਹੜੀ ਪਲੈਨਿੰਗ ਤੁਸੀਂ ਨਹੀਂ ਵੀ ਕੀਤੀ ਹੋਏਗੀ ਨਾ, ਤੁਹਾਡੀ ਪਲੈਨਿੰਗ ਜਿੱਥੇ ਉਹਨੂੰ ਚੰਗੀ ਨਹੀਂ ਲੱਗਦੀ ਹੋਏਗੀ, ਉੱਥੇ ਆਪਣੀ ਪਲੈਨਿੰਗ ਨਾਲ ਸ਼ਾਮਲ ਕਰ ਦੇਗਾ। ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿੱਥੇ ਤੁਹਾਡੀ ਪਲੈਨਿੰਗ ਲੱਗਣੀ, ਮੇਰੇ ਬੱਚੇ ਨੇ ਇੱਥੇ ਆਹ ਚੀਜ਼ ਕੀਤੀ, ਬਾਪੂ ਪਤਾ ਵੀ ਨਹੀਂ ਲੱਗਣ ਦੇਗਾ, ਉੱਥੇ ਆਪਣੀ ਪਲੈਨਿੰਗ ਨਾਲ ਸ਼ਾਮਲ ਕਰਕੇ ਉਹ ਚੀਜ਼ ਨੂੰ ਹੋਰ ਖੂਬਸੂਰਤ ਕਰ ਦੇਗਾ। ਕਿਉਂ ਕਰੇਗਾ ਇਦਾਂ? ਕਿਉਂਕਿ ਉਹਨੂੰ ਪਤਾ ਹੈ ਇਹ ਬੱਚੇ ਨੇ ਮੇਰੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਣਾ ਸ਼ੁਰੂ ਕਰਤਾ, ਨਫ਼ਰਤ ਦੀਆਂ ਦੀਵਾਰਾਂ ਢਾਉਣੀਆਂ ਸ਼ੁਰੂ ਕਰਤੀਆਂ। ਮੈਂ ਜਦੋਂ, ਕਿਉਂਕਿ ਲਾਈਵ ਚੱਲਦਾ ਸੀ, ਮੈਂ ਜਿਵੇਂ ਪਹਿਲੇ ਦੱਸਿਆ ਥੋੜੇ ਕੁ ਮਿੰਟ ਲਈ ਮੈਂ ਅੱਖ ਲਾਈ, ਸੌਣ ਦਾ ਯਤਨ ਕੀਤਾ, ਪਰ ਉਹ ਮੋਬਾਈਲ ਤੇ ਮੈਂ ਸੁਣਦਾ ਰਿਹਾ। ਕੱਚੀ ਦੀ ਨੀਂਦ ਜਿਵੇਂ ਹੁੰਦੀ ਨਾ, ਕੰਨਾਂ 'ਚ ਆਵਾਜ਼ ਪੈਂਦੀ ਰਹੀ ਨਾਲ ਨਾਲ। ਸੁਖਮਨੀ ਸਾਹਿਬ ਜੀ ਦੇ ਪਾਠ ਦਾ ਸਮਾਂ ਸੀ ਤੇ ਇੱਥੋਂ ਪ੍ਰਬੰਧਕ ਵੀਰਾਂ ਨੇ ਵਰਿਆਮ ਸਿੰਘ ਹੋਣਾ ਦੇ ਕੰਨ 'ਚ ਕਿਹਾ ਰਹਿਰਾ ਸਾਹਿਬ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। 2 ਮਿੰਟ ਮੇਰੇ ਮਨ 'ਚ ਆਈ ਗੱਲ, ਮੈਂ ਕਿਹਾ ਯਾਰ ਸਾਰਾ ਪ੍ਰੋਗਰਾਮ ਬਣਿਆ ਪਿਆ, ਰਹਿਰਾ ਸਾਹਿਬ ਗੁਪਤ ਕਰ ਲੈਂਦੇ। ਸੁਖਮਨੀ ਸਾਹਿਬ ਦਾ ਪਾਠ ਉੱਚੀ ਬੋਲ ਕੇ ਆਪਾਂ ਕਰਨਾ ਹੈ, ਸਮਾਂ ਬਚੇਗਾ, ਰਹਿਰਾ ਸਾਹਿਬ ਕਰਨਾ ਹੈ, ਨਿਤਨੇਮ ਕਰਨਾ ਹੈ, ਉਹ ਗੁਪਤ ਕਰ ਲੈਂਦੇ। 1-2 ਮਿੰਟਾਂ ਲਈ ਮੇਰੇ ਅੰਦਰ ਆਈ ਗੱਲ। ਫਿਰ ਉਸੇ ਟਾਈਮ ਮੈਂ ਆਪਣੇ ਆਪ ਨੂੰ ਸਮਝਾਇਆ, ਮੈਂ ਕਿਹਾ ਅਮਨਦੀਪ ਸਿਆ ਕਿੱਧਰ ਸੋਚ ਲੈ ਜਾ ਰਹੇ ਆ ਤੂੰ? ਰਹਿਰਾ ਸਾਹਿਬ ਦੀ ਪਲੈਨਿੰਗ ਨਹੀਂ ਸੀ ਕੀਤੀ, ਇਹ ਪਲੈਨਿੰਗ ਤੇ ਗੁਰੂ ਨਾਨਕ ਨੇ ਆਪੇ ਕਰ ਦਿੱਤੀ ਏ। ਇਹ ਚੰਗਾ ਹੋਇਆ, ਮਾੜਾ ਨਹੀਂ ਹੋਇਆ, ਇਹ ਵਧੀਆ ਹੋਇਆ, ਕੋਈ ਗਲਤ ਨਹੀਂ ਹੋਇਆ। ਇਹ ਜਪ ਤਪ ਸਮਾਗਮ ਦੇ ਵਿੱਚ ਇੱਕ ਹੋਰ ਰੰਗ ਰਹਿਰਾ ਸਾਹਿਬ ਦਾ ਮਹਾਰਾਜ ਨੇ ਭਰ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਆਪਣੇ ਆਪ ਨੂੰ ਇਦਾਂ ਸਮਝਾ ਲਿਆ। ਪਹਿਲੇ ਮੈਨੂੰ ਗੁੱਸਾ ਚੜਿਆ, 1-2 ਮਿੰਟਾਂ ਲਈ ਆਈ ਮੇਰੇ ਮਨ 'ਚ ਗੱਲ, ਮੈਂ ਕਿਹਾ ਯਾਰ ਇਦਾਂ ਕਿਦਾਂ, ਜਿੱਦਾਂ ਪ੍ਰੋਗਰਾਮ ਬਣਿਆ ਉਦਾਂ ਬਣਿਆ ਰਹਿਣ ਦੇਣਾ ਚਾਹੀਦਾ। ਪਰ ਇੱਕਦਮ ਮੈਂ ਸਮਝਾਇਆ, ਮੈਂ ਕਿਹਾ ਨਹੀਂ, ਤੇਰੀ ਪਲੈਨਿੰਗ ਬਣੀ ਸੀ, ਪਰ ਉਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਕਹਿੰਦਾ ਮੇਰੀ ਪਲੈਨਿੰਗ ਵੀ ਨਾਲ ਸ਼ਾਮਲ ਕਰ ਲੈ, ਹੋਰ ਸੋਹਣਾ ਕੰਮ ਹੋ ਜਾਏਗਾ। ਤੇ ਕਿਸੇ ਦੇ ਹਿਰਦੇ ਤੇ ਬਹਿ ਕੇ ਬਾਬੇ ਨੇ ਬੋਲ ਬੁਲਵਾਤੇ। ਮੈਂ ਗੱਲ ਕਰ ਰਿਹਾ, ਜਦੋਂ ਤੁਸੀਂ ਨਿਰਵੈਰਤਾ ਵਾਲਾ ਜੀਵਨ ਬਣਾਓਗੇ ਨਾ, ਤੁਹਾਡੀਆਂ ਪਲੈਨਿੰਗਾਂ ਨਾਲ ਵੀ ਉਹ ਕਰੇਗਾ। ਪਰ ਜਿੱਥੇ ਕਿੱਥੇ ਤੁਹਾਡੀ ਪਲੈਨਿੰਗ ਨੂੰ ਲੱਗੇਗੀ ਨਾ, ਬੱਚੇ ਥੋੜਾ ਜਿਹਾ ਇਦਾਂ ਕਰ ਰਹੇ, ਬਾਪੂ ਕਹੇ ਕੋਈ ਨਹੀਂ ਪੁੱਤਰਾ, ਆਟੋਮੈਟਿਕ ਮੈਂ ਤੇਰੇ ਨਾਲ ਹੀ ਸ਼ਾਮਲ ਹੋ ਜਾਣਾ ਹੈ ਜੀ। ਧੰਨ ਗੁਰੂ ਨਾਨਕ। ਕਈ ਵਾਰੀ ਅਸੀਂ ਕਹਿੰਦੇ ਹਾਂ, ਹੁਣ ਤੁਸੀਂ ਸਿਆਣੇ ਹੋ, ਕਈ ਇਹੋ ਜਿਹੇ ਬੈਠੇ ਹੋਣਗੇ ਜਿਨ੍ਹਾਂ ਨੇ ਅੱਜ ਸ਼ਾਮ ਤੱਕ ਕੋਈ ਪਲੈਨਿੰਗ ਨਹੀਂ ਸੀ ਕੀਤੀ ਇੱਥੇ ਆਉਣ ਦੀ, ਪਤਾ ਹੀ ਨਹੀਂ ਸੀ ਪ੍ਰੋਗਰਾਮ ਦਾ। ਕਈ ਹੋਣਗੇ, ਕਈਆਂ ਨੂੰ ਆ ਵੇਖੋ ਆ ਭੈਣਾਂ ਹੱਥ ਖੜੀਆਂ ਕਰ ਰਹੀਆਂ, ਇਹਨਾਂ ਨੂੰ ਪਤਾ ਹੀ ਨਹੀਂ ਸੀ। ਕਈਆਂ ਨੂੰ ਆ ਵੇਖੋ, ਇਹਨਾਂ ਨੂੰ ਵੀ ਨਹੀਂ, ਕਈਆਂ ਨੂੰ ਪਤਾ ਹੀ ਨਹੀਂ, ਸ਼ਾਬਾਸ਼, ਕਿ ਅਸੀਂ ਇੱਥੇ ਆ ਕੇ ਬਹਿਣਾ ਹੈ। ਪਰ ਬਾਪੂ ਲੈ ਆਇਆ ਨਾ,
ਤੁਹਾਡੀ ਪਲੈਨਿੰਗ ਵਿੱਚ ਉਹਨੇ ਆਪਣੀ ਪਲੈਨਿੰਗ ਸ਼ਾਮਲ ਕਰਤੀ ਨਾ, ਇਹਦਾ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਖੁਸ਼ੀਆਂ ਤੁਹਾਡੀ ਝੋਲੀ 'ਚ ਪਾਉਣੀਆਂ ਚਾਹ ਰਿਹਾ ਹੈ। ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਵਾਹ ਵਾਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਕਈ ਪਲੈਨਿੰਗ ਤੋਂ ਬਿਨਾਂ ਆ ਗਏ ਤੇ ਕਈਆਂ ਨੇ ਪਲੈਨਿੰਗ ਬਣਾਈ ਹੋਏਗੀ ਆਉਣ ਦੀ, ਉਹ ਆ ਹੀ ਨਹੀਂ ਪਾਏ ਹੋਣਗੇ। ਸਿਹਤ ਢਿੱਲੀ ਹੋ ਗਈ, ਬੁਖਾਰ ਚੜ ਗਿਆ, ਕੋਈ ਰਿਸ਼ਤੇਦਾਰ ਆ ਗਿਆ, ਅੱਛਾ ਚੱਲ ਛੱਡ ਯਾਰ ਕੀ ਜਾਣਾ, ਅੱਜ ਨਹੀਂ ਜਾਵਾਂਗੇ, ਅਗਲੀ ਵਾਰੀ ਚਲੇ ਜਾਵਾਂਗੇ। ਹਾਂਜੀ, ਇਹ ਮੇਰੀ ਬੇਨਤੀ ਜਦੋਂ ਤੁਸੀਂ ਚੰਗੀ ਸੋਚ ਰੱਖਦੇ ਹੋ ਨਾ, ਤੁਹਾਡੇ ਹਰ ਕੰਮ ਦੇ ਵਿੱਚ ਉਹ ਸ਼ਾਮਲ ਹੋਣ ਲੱਗ ਪੈਂਦਾ। ਤਾਂ ਖੈਰ ਥੋੜੇ ਜਿਹੇ ਮਿੰਟ, 7-8 ਮਿੰਟ ਹੋਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇੱਕ ਵਾਰੀ ਪੁੱਛ ਲਾਂ ਚੜ੍ਹਦੀ ਕਲਾ 'ਚ ਓ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹ ਵਾਹ। ਸਤਿ ਸ੍ਰੀ ਅਕਾਲ। ਥਕੇ ਤੇ ਨਹੀਂ? ਤੁਸੀਂ ਕਹੋਗੇ ਸਟੇਜ ਤੇ 2 ਘੰਟੇ ਪਹਿਲੇ ਆ ਕੇ ਪੁੱਛੀ ਜਾਂਦੇ ਥਕੇ ਤੇ ਨਹੀਂ, ਮੈਂ ਤੇ 3 ਵਜੇ ਦਾ ਬੈਠਾ ਹਾਂ। ਪਰ ਮੈਂ ਤੁਹਾਨੂੰ ਦੱਸਿਆ ਕਿ ਮੈਂ ਤੁਹਾਡੇ ਕੰਮਾਂ ਲਈ ਲੇਟ ਹੋਇਆ, ਅੱਗੇ ਵੀ ਤੁਹਾਡੇ ਕੰਮਾਂ ਤੇ ਹੀ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਗੱਜ ਕੇ ਆਖੋ ਧੰਨ ਬਾਬਾ ਦੀਪ ਸਿੰਘ। ਸੁਣਿਓ ਹੁਣ ਜਿਹੜੀ ਮੈਂ ਗੱਲ ਕਰਨ ਲੱਗਾ, ਪਹਿਲੀ ਇਹ ਵਿਸ਼ੇਸ਼ਤਾ ਹੀ ਗੁਰੂ ਨਾਨਕ ਜੀ ਦੀ। ਘਰ ਘਰ ਜਾ ਕੇ ਪਾਪੀਆਂ ਦਾ ਬੂਹਾ ਖੜਕਾਇਆ, ਆ ਭਈ ਅਸੀਂ ਤੇ ਤੁਹਾਨੂੰ ਤਾਰਨ ਆਏ ਆ, ਤਾਰਨ। ਹੁਣ ਦੂਜੀ ਵੱਡੀ ਵਡਿਆਈ ਸੁਣਿਓ। ਐਵੇਂ ਸਾਰਾ ਸੰਸਾਰ ਗੁਰੂ ਨਾਨਕ ਨੂੰ ਧੰਨ ਨਹੀਂ ਕਹਿ ਰਿਹਾ, ਕੋਈ ਕਾਰਨ ਨਹੀਂ। ਦੂਜੀ ਵੱਡੀ ਵਡਿਆਈ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਸੇ ਵੀ ਪਾਪੀ ਨੂੰ ਉਹਦੇ ਪਾਪਾਂ ਦੀ ਸਜ਼ਾ ਨਹੀਂ ਜੇ ਦਿੱਤੀ। ਓਏ ਹੋਏ, ਪਾਪਾਂ ਦੀ ਸਜ਼ਾ ਹੀ ਨਹੀਂ ਦਿੱਤੀ। ਕੀਤਾ ਕੀ? ਆਪਣੇ ਕੋਲੋਂ ਗੁਣ ਦੇ ਕੇ ਪਾਪੀਆਂ ਨੂੰ ਵੀ ਗੁਣਵਾਨ ਬਣਾ ਕੇ ਬਖਸ਼ ਦਿੱਤਾ। ਹਾਂਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣਿਆਰੇ। ਗੁਣਵਾਨ ਬਣਾ ਕੇ ਬਖਸ਼ਿਆ। ਦੱਸੋ ਸੱਜਣ ਠੱਗ ਨੇ ਲਾਸ਼ਾਂ ਦੇ ਨਾਲ ਖੂਹ ਤੇ ਭਰੇ ਹੀ ਸੀ ਨਾ, ਬੰਦੇ ਤੇ ਮਾਰੇ ਸੀ, ਕਿੱਥੇ ਗਏ ਉਹਦੇ ਪਾਪ? ਕੋਈ ਸਜ਼ਾ ਦਿੱਤੀ? ਮਹਾਰਾਜ ਕਹਿੰਦੇ ਸੱਜਣਾ ਘਬਰਾ ਨਾ, ਹੁਣ ਤੈਨੂੰ ਮੈਂ ਮਿਲ ਗਿਆ, ਮੈਨੂੰ ਤੂੰ ਮਿਲ ਗਿਆ। ਹੁਣ ਜਿੰਨੇ ਕਤਲ ਕੀਤੇ ਅੱਗੇ ਤੋਂ ਨਾ ਕਰਨੇ, ਅੱਗੇ ਤੋਂ ਸੰਕੋਚ। ਪਰ ਜਿੰਨੇ ਪਿਛਲੇ ਗੁਨਾਹ ਕੀਤੇ ਹੀ ਨਾ, ਨਿਰੰਕਾਰ ਬਾਬਾ ਨਾਨਕ ਕਹਿੰਦਾ ਤੇਰੇ ਸਾਰੇ ਪਿਛਲੇ ਗੁਨਾਹ ਅੱਜ ਤੋਂ ਮੈਂ ਆਪਣੀ ਝੋਲੀ 'ਚ ਪਵਾ ਲਏ ਤੇ ਆਪਣੇ ਕੋਲੋਂ ਗੁਣ ਤੇਰੀ ਝੋਲੀ 'ਚ ਪਾ ਦਿੱਤੇ। ਹਾਂਜੀ, ਤੇ ਸੱਜਣਾ ਅੱਜ ਤੋਂ ਤੂੰ ਠੱਗ ਨਹੀਂ ਰਹਿ ਗਿਆ, ਅੱਜ ਤੋਂ ਤੂੰ ਸੰਤ ਬਣ ਗਿਆ। ਸੰਤ। ਹਾਂਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਤਿ ਸ੍ਰੀ ਅਕਾਲ। ਹੁਣ ਕੌਡੇ ਰਾਕਸ਼ ਨੇ ਬੰਦੇ ਤੇ ਤਲ ਤਲ ਕੇ ਖਾਦੇ ਸੀ ਤੇਲ ਵਿੱਚ, ਮਰਦਾਨੇ ਨੂੰ ਵੀ ਫੜ ਕੇ ਤਲਣ ਹੀ ਲੱਗਾ ਸੀ ਨਾ। ਬਾਬਾ ਕੌਡੇ ਰਾਕਸ਼ ਦੇ ਕੋਲ ਗਿਆ, ਉਹਨੂੰ ਕੋਈ ਸਜ਼ਾ ਨਹੀਂ ਦਿੱਤੀ, ਐਸੀ ਪਿਆਰ ਦੀ ਨਿਗਾਹ ਪਾਤੀ ਉਹਦੇ ਵੱਲ, ਉਹਦੇ ਸਾਰੇ ਗੁਨਾਹ ਆਪਣੀ ਝੋਲੀ 'ਚ ਪਵਾ ਲਏ। ਕੌਡਿਆ ਕੋਈ ਨਹੀਂ, ਤੂੰ ਰਾਖਸ਼ ਹੈ ਪਰ ਮੈਂ ਤਾਂ ਵੀ ਤੈਨੂੰ ਬਖਸ਼ਿਆ, ਕਿਉਂਕਿ ਮੇਰਾ ਤੇ ਬਿਰਧ ਹੀ ਬਖਸ਼ਣਾ ਹੈ, ਮੇਰਾ ਬਿਰਧ ਹੀ ਬਖਸ਼ਣਾ ਹੈ। ਮੈਂ ਤੇ ਵਿਕਾਰੀਆਂ ਨੂੰ ਵੀ ਬਖਸ਼ਣਾ ਹੈ, ਵਿਕਾਰੀਆਂ ਨੂੰ ਵੀ, ਲੋਭੀਆਂ ਨੂੰ ਵੀ ਬਖਸ਼ਣਾ ਹੈ। ਮੈਂ ਤੇ ਅਕਿਰਤ ਘਣਾ ਦੀਆਂ ਵੀ ਝੋਲੀਆਂ ਭਰਨੀਆਂ। ਕਈ ਕਹਿੰਦੇ ਨਾ ਹੰਕਾਰੀ ਨਹੀਂ ਬਖਸ਼ਿਆ ਜਾਂਦਾ, ਉਹ ਪਰ ਪਿਆਰਿਓ ਜਿੱਥੇ ਮਹਾਰਾਜ ਪਿਤਾ ਜੀ ਦਾ ਲੇਖਾ ਆ ਜੇ ਨਾ, ਅਹੰਕਾਰੀਆਂ ਦੇ ਖਿਰਦੇ ਤੇ ਵੀ ਬਹਿ ਜਾਂਦਾ, ਉਹਨਾਂ ਨੂੰ ਵੀ ਝੁਕਾ ਦਿੰਦਾ। ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਪੱਥਰ ਹੀ ਸੁੱਟਿਆ ਸੀ ਨਾ ਬਲੀ ਕੰਧਾਰੀ ਨੇ, ਅਹੰਕਾਰੀ ਸੀ ਨਾ, ਅਹੰਕਾਰੀ। ਜਦੋਂ ਸੁੱਟਿਆ ਸੀ ਵੱਡਾ ਸਾਰਾ ਪਹਾੜ ਅਹੰਕਾਰ ਦੇ ਵਿੱਚ, ਤੇ ਬਾਬੇ ਨੇ ਕੋਈ ਗੁੱਸਾ ਥੋੜੀ ਕੀਤਾ, ਕਹਿੰਦੇ ਹੰਕਾਰੀ ਹੈ ਕੋਈ ਨਹੀਂ, ਇਹ ਅਹੰਕਾਰੀ ਹੈ ਤੇ ਬਾਬਾ ਨਿਰੰਕਾਰੀ ਹੈ। ਹਾਂਜੀ,
ਉਹ ਅਹੰਕਾਰੀ ਬਾਬਾ ਨਿਰੰਕਾਰੀ। ਬਾਬਾ ਕਹਿੰਦਾ ਜਿੰਨਾ ਮਰਜੀ ਅਹੰਕਾਰ ਇਹਦੇ ਸਿਰ ਚੜ ਚੜ ਕੇ ਬੋਲਦਾ, ਕੋਈ ਨਹੀਂ ਕੋਈ ਨਹੀਂ, ਮੈਂ ਤੇ ਇਹਦੀ ਵੀ ਝੋਲੀ ਭਰ ਦੇਣੀ ਹੈ, ਇਹਦੀ ਵੀ। ਬਾਬੇ ਨੇ ਕਿਸੇ ਵੀ ਪਾਪੀ ਨੂੰ ਉਹਦੇ ਪਾਪਾਂ ਦੀ ਸਜ਼ਾ ਨਹੀਂ ਦਿੱਤੀ, ਆਪਣੇ ਕੋਲੋਂ ਗੁਣ ਦੇ ਕੇ ਉਹਨਾਂ ਨੂੰ ਬਖਸ਼ਿਆ, ਗੁਣਵਾਨ ਬਣਾ ਕੇ। ਅਗਲੀ ਗੱਲ ਸੁਣ ਲਓ, ਫਿਰ ਸਮਾਪਤੀ ਹੈ। ਬਾਬੇ ਨਾਨਕ ਨੇ ਪਿਆਰਿਓ ਕਿਸੇ ਵੀ ਪਾਪੀ ਨੂੰ ਜਾਨੋਂ ਵੀ ਨਹੀਂ ਜੇ ਮਾਰਿਆ, ਜਾਨੋਂ ਨਹੀਂ, ਕਿਸੇ ਪਾਪੀ ਨੂੰ ਜਾਨੋਂ ਨਹੀਂ ਮਾਰਿਆ। ਕੀਤਾ ਕੀ? ਕੀਤਾ ਕੀ? ਸਾਰੀ ਦੁਨੀਆ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ, ਹਰੇਕ ਨੂੰ ਮਿੱਠੀ ਜ਼ੁਬਾਨ ਨਾਲ ਤਾਰਿਆ, ਮਿੱਠੀ ਜ਼ੁਬਾਨ ਨਾਲ। ਉਹ ਪਿਆਰਿਓ, ਨਫ਼ਰਤ ਦੀਆਂ ਦੀਵਾਰਾਂ ਆਪਣੇ ਅੰਦਰੋਂ ਢਾਓ, ਐਵੇਂ ਨਫ਼ਰਤ ਨਾ ਕਰੋ। ਫਲਾਣਾ ਚਿੱਟੀ ਪੱਗ ਬਣਦਾ, ਫਲਾਣਾ ਕਾਲੀ ਬਣਦਾ, ਫਲਾਣਾ ਨੀਲੀ ਬਣਦਾ, ਫਲਾਣਾ ਦੁਮਾਲਾ ਸਜਾਉਂਦਾ, ਫਲਾਣਾ ਹਿੰਦੂ ਹੈ, ਫਲਾਣਾ ਮੁਸਲਮਾਨ। ਨਹੀਂ ਭਾਈ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ। ਉਹ ਮੰਦੇ ਜਦੋਂ ਦੂਜਿਆਂ ਨਾਲ ਨਫ਼ਰਤ ਕਰਦੇ ਹੋ ਨਾ, ਸਭ ਤੋਂ ਪਹਿਲੇ ਪਿੱਠ ਕਰ ਲੈਂਦਾ ਗੁਰੂ ਨਾਨਕ ਤੁਹਾਡੇ ਵੱਲੋਂ। ਕਿਸੇ ਨਾਲ ਨਫ਼ਰਤ ਨਹੀਂ, ਸਾਰੇ ਹੀ ਇੱਕੋ ਪਿਓ ਦੇ ਪੁੱਤਰ ਨਾ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਖਾਈ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿਸੇ ਵੀ ਪਾਪੀ ਨੂੰ ਜਾਨੋਂ ਨਹੀਂ ਮਾਰਿਆ, ਜੇ ਮਾਰਿਆ ਬਾਣੀ ਦੇ ਤੀਰਾਂ ਨਾਲ ਮਾਰਿਆ। ਬਾਣੀ ਦੇ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਚ। ਬਾਣੀ ਦੇ ਤੀਰਾਂ ਨਾਲ, ਬਾਣੀ ਦੇ ਤੀਰਾਂ, ਮਿੱਠੇ ਬੋਲਾਂ ਨਾਲ। ਉਸ ਗੁਰੂ ਨਾਨਕ ਦੇ ਅੰਦਰੋਂ ਬਣੀਏ, ਜਿਹੜਾ ਨਿਰੰਕਾਰ ਹੈ, ਜਿਹੜਾ ਔਗਣਾ ਨੂੰ ਵੇਖਦਾ ਵੀ ਹੈ, ਫਿਰ ਝੋਲੀਆਂ ਭਰਨ ਤੋਂ ਪਿੱਛੇ ਨਹੀਂ ਹੁੰਦਾ। ਆਓ ਆਨੰਦ ਸਾਹਿਬ ਦਾ ਪਾਠ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ। ਅੱਜ ਚੁਪਹਿਰਾ ਜਪ ਤਪ ਸਮਾਗਮ ਬਾਪੂ ਜੀ ਨੇ ਸੇਵਾ ਲਈ, ਜਿੱਥੋਂ ਜਿੱਥੋਂ ਚੱਲ ਕੇ ਆਏ ਹੋ। ਮੈਂ ਕੁਝ ਸ਼ਹਿਰਾਂ ਪਿੰਡਾਂ ਦੇ ਨਾਮ ਬੋਲਤੇ, ਸਾਰਿਆਂ ਦੇ ਮੈਂ ਨਹੀਂ ਬੋਲ ਪਾਇਆ, ਨਾ ਹੀ ਮੈਨੂੰ ਸਭ ਦਾ ਪਤਾ ਹੈ, ਪਰ ਸੱਚਾਈ ਹੈ ਮੈਨੂੰ ਨਹੀਂ ਪਤਾ, ਪਰ ਬਾਪੂ ਨੂੰ ਸਭ ਦਾ ਹੀ ਪਤਾ ਹੈ। ਆਖੋ ਧੰਨ ਗੁਰੂ ਨਾਨਕ, ਗੁਰੂ ਨਾਨਕ। ਜਿੱਥੋਂ ਜਿੱਥੋਂ ਤੁਸੀਂ ਚੱਲ ਕੇ ਆਏ, ਬਾਪੂ ਜੀ ਸਭ ਦੀਆਂ ਝੋਲੀਆਂ ਭਰਨ। ਜਿਹੜੇ ਸੇਵਾ ਰੱਖਣ ਆ ਰਹੇ, ਸੇਵਾ ਰੱਖਣ ਤੋਂ ਬਾਅਦ ਬਾਹਰ ਨਹੀਂ ਜਾਣਾ ਕਿਸੇ ਨੇ, ਅਰਜ਼ੀਆਂ ਲਵਾਉਣੀਆਂ ਅਰਦਾਸ ਦੇ ਵਿੱਚ। ਤੇ ਜੋ ਕੀਰਤਨ ਭੇਟ ਤੁਸੀਂ ਮਾਇਆ ਦਿੱਤੀ ਜਾਂ ਦੇ ਰਹੇ ਹੋ, ਗੁਰੂ ਪਿਤਾ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼, ਬਾਬਾ ਦੀਪ ਸਿੰਘ, ਬਾਬਾ ਨੰਦ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ, ਭਾਈ ਸਾਹਿਬ ਜੀ ਦੀਆਂ ਅਸੀਸਾਂ ਸਦਕਾ, ਜੋ ਰਾਮ ਤੀਰਥ ਰੋਡ ਤੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ ਦੁਨਿਆਵੀ ਪੜ੍ਹਾਈ ਵੀ, ਹਸਪਤਾਲ ਚੱਲ ਰਹੇ, ਇੱਕੋ ਛੱਤ ਥੱਲੇ ਸਾਰੇ ਇਲਾਜ। ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਜਿੱਥੇ ਜਿੱਥੇ ਲੋੜ ਹੁੰਦੀ ਉਹਦੇ ਰਾਹੀਂ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ, 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਉਹਨਾਂ ਬਜ਼ੁਰਗਾਂ ਦੇ ਲਈ ਘਰਾਂ 'ਚ ਪਹੁੰਚਾਇਆ ਜਾਂਦਾ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ ਹੈ। ਅਸੀਂ ਇਦਾਂ ਨਹੀਂ ਕਰਨਾ ਜਿਹੜੇ ਸੰਗਤ ਕਰਦੇ ਹਾਂ, ਅਸੀਂ ਮਾਪਿਆਂ ਦਾ ਸਤਿਕਾਰ ਕਰਨਾ ਹੈ। ਅਸੀਂ ਕਿੱਥੋਂ ਆਏ? ਸਿਰਸੇ ਤੋਂ ਵੀ ਭੈਣਾਂ ਆਈਆਂ, ਕਹਿੰਦੇ ਸਿਰਸੇ ਤੋਂ ਆਏ ਆ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਣਾਂ ਮਾਰੇ ਬਖਸ਼ਣ। ਤੇ ਅਸੀਂ ਇਹ ਗਲਤੀ ਨਹੀਂ ਕਰਨੀ, ਮਾਪਿਆਂ ਦਾ ਸਤਿਕਾਰ ਕਰਨਾ ਹੈ। ਪਰ ਜਿਨ੍ਹਾਂ ਨੇ ਗਲਤੀ ਕੀਤੀ, ਉਹਨਾਂ ਦੇ ਲਈ 2 ਵੇਲੇ ਦਾ ਟਿਫਨ ਦੇ ਵਿੱਚ ਪ੍ਰਸ਼ਾਦਾ ਪੈਕ ਕਰਕੇ ਬਜ਼ੁਰਗਾਂ ਦੇ ਲਈ ਪਹੁੰਚਾਇਆ ਜਾਂਦਾ, ਉਹ ਵੀ ਸੇਵਾ। ਗੁਰਮਤ ਗਿਆਨ ਸੰਗੀਤ ਅਕੈਡਮੀ ਦੀ ਸੇਵਾ, ਜਿਹੜੇ ਵਿਦਿਆਰਥੀਆਂ ਨੇ ਪਾਠ ਕੀਤਾ ਉੱਥੋਂ ਅਕੈਡਮੀ ਚੋਂ ਹੀ ਆਏ ਨੇ, ਉੱਥੇ ਹੀ ਰਹਿੰਦੇ ਨੇ, ਉੱਥੋਂ ਹੀ ਸਿੱਖਿਆ ਲੈਂਦੇ ਨੇ ਸਾਰੀ। ਤੇ ਨਾਲ ਪਿਆਰਿਓ ਜੀ ਦੇ ਆ ਪ੍ਰਵਾਨ ਪਾਰਕ, ਉਹਦੀ ਉਸਾਰੀ ਚੱਲ ਰਹੀ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਬਣ ਰਹੀ, ਗੁਰਦੁਆਰਾ ਸਾਹਿਬ ਬਣ ਰਿਹਾ, ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਵੱਡਾ ਦੀਵਾਨ ਹਾਲ ਬਣ ਰਿਹਾ। ਇਹ ਸਾਰੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਜਿਨ੍ਹਾਂ ਜਿਨ੍ਹਾਂ ਹਿੱਸਾ ਪਾਇਆ, ਤੁਹਾਡਾ ਸ਼ੁਕਰਾਨਾ। ਜਿੱਥੇ ਪਿਤਾ ਜੀ ਦੇ ਸ਼ੁਕਰਾਨੇ, ਉੱਥੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਆਪਣਾ ਵਿੱਚ ਪੜੀ। ਇਸ ਜੋ ਗੁਰਦੁਆਰਾ ਸਾਹਿਬ ਦੀ ਸਾਰੀ ਕਮੇਟੀ ਦਾ ਮੇਰੇ ਛੋਟੇ ਵੀਰ ਇੰਦਰਪ੍ਰੀਤ ਸਿੰਘ, ਗੁਰੂ ਰਾਮਦਾਸ, ਬਾਬਾ ਦੀਪ ਸਿੰਘ, ਸਭ ਨੂੰ ਭਾਗ ਲਾਉਣ। ਤੁਹਾਡੇ ਸਾਰਿਆਂ ਦੇ ਪਿਆਰ ਨੂੰ ਨਮਸਕਾਰ, ਨਮਸਕਾਰ। ਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ
ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ TV ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ। ਉਹ ਵੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ, ਉਹ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਇਹ ਜ਼ਰੂਰੀ ਬੇਨਤੀ ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ ਆਈ ਸੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ। ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ। ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੀ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇਹਨਾਂ ਸੰਗਤਾਂ ਨੇ ਲਾਭ ਲਿਆ। ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ
ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤਿ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ, ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ, ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਤੇ ਜੋੜਨ ਵਾਲੀਆਂ ਜ਼ਰੂਰ ਵੰਡੋ, ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ